ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਮਿਲਦੀ ਰਹੇ। ਸਾਖੀ ਜੀਵਨੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ, 3 ਪਾਰਟ ਤੁਸੀਂ ਸੁਣ ਚੁੱਕੇ ਆ, ਦੇਖ ਚੁੱਕੇ ਆ। ਹੁਣ ਅੱਜ ਚੌਥਾ ਪਾਰਟ ਆ ਝਾਲੀ ਰਾਣੀ ਦੀ ਕਥਾ। ਸ਼੍ਰੀ ਗੁਰੂ ਰਵਿਦਾਸ ਜੀ ਵੱਡੇ ਭਗਤ ਹੋ ਗਏ ਨੇ ਅਤੇ ਉਹਨਾਂ ਦੇ ਮੰਦਰ ਵਿੱਚ ਸਵੇਰੇ ਸ਼ਾਮ ਨੂੰ ਬਹੁਤ ਰੌਣਕ ਰਹਿੰਦੀ ਸੀ। ਕੀਰਤਨ ਹੁੰਦਾ ਸੀ। ਅਮੀਰ ਗਰੀਬ ਚੇਲੇ ਬਣ ਗਏ। ਬੇਅੰਤ ਚੜ੍ਹਾਵਾ ਚੜ੍ਹਨ ਲੱਗ ਪਿਆ। ਭੰਡਾਰੇ ਚੱਲ ਪਏ। ਗਰੀਬ ਅਤੇ ਸੰਤ ਸਾਧੂ ਦੋਵੇਂ ਵੇਲੇ ਪੇਟ ਭਰ ਕੇ ਭੋਜਨ ਛਕਦੇ। ਰਵਿਦਾਸ ਜੀ ਦੀ ਸ਼ੋਭਾ ਸੁਗੰਧੀ ਦਾ ਰੂਪ ਧਾਰਨ ਕਰਕੇ ਖਿਲਰ ਗਈ ਸੀ। ਰਾਜਪੁਤਾਣੇ ਦੇ ਪ੍ਰਸਿੱਧ ਕਿਲ੍ਹੇ ਚਿੱਤੌੜ ਵਿੱਚ ਵੀ ਕਿਸੇ ਨੇ ਜਾ ਦੱਸਿਆ ਕਿ ਰਵਿਦਾਸ ਜੀ ਭਗਤ ਨੇ। ਰੱਬ ਨੇ ਉਹਨਾਂ ਨੂੰ ਸਾਰੀਆਂ ਰਿੱਧੀਆਂ ਸਿੱਧੀਆਂ ਬਖਸ਼ ਦਿੱਤੀਆਂ। ਭਗਵਾਨ ਸਦਾ ਉਹਨਾਂ ਦੇ ਕੋਲ ਉਹਨਾਂ ਦੀ ਆਗਿਆ ਦਾ ਪਾਲਣ ਕਰਨ ਵਾਸਤੇ ਰਹਿੰਦਾ ਹੈ। ਚਿੱਤੌੜ ਦੇ ਰਾਣੇ ਦੀ ਧਰਮ ਪਤਨੀ ਰਾਣੀ ਝਾਲਾਂ, ਉਹ ਬੜੀ ਧਰਮਣ ਅਤੇ ਦਿਆਲਵਾਨ ਸੀ। ਉਸ ਨੇ ਜਦੋਂ ਗੁਰੂ ਰਵਿਦਾਸ ਜੀ ਦੀ ਸ਼ੋਭਾ ਸੁਣੀ ਤਾਂ ਉਹਦੇ ਹਿਰਦੇ ਵਿੱਚ ਭਗਤ ਜੀ ਦੇ ਦਰਸ਼ਨ ਕਰਨ ਦੀ ਲਗਨ ਲੱਗ ਗਈ। ਇੱਕ ਤਾਂ ਰਾਣੀ ਸੀ, ਦੂਜਾ ਪਤੀ ਨਾਲ ਪਿਆਰ ਸੀ। ਕਿਸੇ ਚੀਜ਼ ਦੀ ਥੋੜ੍ਹ ਨਹੀਂ ਸੀ। ਰਾਣੇ ਕੋਲੋਂ ਆਗਿਆ ਹਾਸਲ ਕਰਕੇ ਅਤੇ ਬ੍ਰਾਹਮਣਾਂ ਨੂੰ ਨਾਲ ਲੈ ਕੇ ਤੀਰਥ ਯਾਤਰਾ ਦੇ ਬਹਾਨੇ ਕਾਸ਼ੀ ਆ ਗਈ। ਗੰਗਾ ਇਸ਼ਨਾਨ ਨਹੀਂ ਕੀਤਾ, ਕਿਸੇ ਬ੍ਰਾਹਮਣ ਮੰਦਰ ਵਿੱਚ ਨਹੀਂ ਗਈ, ਸਗੋਂ ਸਿੱਧੀ ਰਵਿਦਾਸ ਜੀ ਦੇ ਮੰਦਰ ਵਿੱਚ ਪੁੱਜੀ। ਅੱਗੇ ਹਰੀ ਨਾਮ ਦਾ ਕੀਰਤਨ ਹੋ ਰਿਹਾ ਸੀ। ਦੇਵਤਿਆਂ ਦੀਆਂ ਮੂਰਤੀਆਂ ਦੇ ਅੱਗੇ ਆਸਣ ਜਮਾਈ ਰਵਿਦਾਸ ਜੀ ਪ੍ਰਭੂ ਗੁਣ ਗਾ ਰਹੇ ਸਨ। ਉਸ ਵੇਲੇ ਸ਼ਬਦ ਪੜ੍ਹਿਆ ਜਾ ਰਿਹਾ ਸੀ, ਹਰ ਮੇ ਹੀਰਾ ਛਾੜ ਕੇ ਕਰਹੀ ਆਣ ਕੀ ਆਸ, ਤੇ ਨਰ ਦੋਜਕ ਜਾਹੀਗੇ ਸਤ ਭਾਖੇ ਰਵਿਦਾਸ। ਜਲ ਕੀ ਭੀਤ ਪਵਨ ਕਾ ਥੰਬਾ, रक्त बूंद का गारा, हाड मास नाड़ी को पिंजर, पंखी बसे बिचारा, प्राणी क्या मेरा किया तेरा, जैसे तरवर पंख बेसेरा रहाओ, राखहू कंद उसारहू नीवा, 3.5 हथ तेरी सीवा, बंके बाल भाग सिर डेरी, एह तन होएगा भस्म की ढेरी, ऊंचे मंदिर सुंदर नारी, राम नाम बिन बाजी हारी, मेरी जात कमीनी भांत कमीनी, ऊंचा जन्म हमारा, तुम सरनागत राजा रामचंद कहे रविदास चमारा। ਪਰਮਾਰਥ ਭਗਤ ਜੀ ਦੱਸਦੇ ਨੇ, ਭਾਈ ਇਹ ਸਰੀਰ 'ਤੇ ਜੋ ਮਾਣ ਕਰਦੇ ਨੇ, ਇਹ ਪਾਣੀ ਦੀ ਕੰਧ ਹੈ, ਸਾਸ ਹਵਾ ਦਾ ਆਸਰਾ ਹੈ। ਮਾਂ ਬਾਪ ਦੇ ਬੀਰਜ ਦਾ ਇਸ ਨੂੰ ਗਾਰਾ ਲੱਗਾ ਹੋਇਆ ਹੈ। ਹੱਡੀਆਂ ਮਾਸ ਅਤੇ ਨਾੜੀਆਂ ਦਾ ਇਹ ਪਿੰਜਰਾ ਹੈ। ਇਸ ਪਿੰਜਰੇ ਵਿੱਚ ਜੀਵ ਆਤਮਾ ਵਸ ਰਿਹਾ ਹੈ। ਭਾਈ ਇਸ ਜਗਤ ਵਿੱਚ ਕੁਝ ਤੇਰਾ ਮੇਰਾ ਨਾਮ ਨਹੀਂ। ਜਿਵੇਂ ਪੰਛੀ ਸ਼ਾਮ ਨੂੰ ਆਉਂਦੇ ਰੁੱਖ ਉੱਤੇ ਬੈਠ ਜਾਂਦੇ ਨੇ, ਸਵੇਰ ਹੋਣ 'ਤੇ ਉੱਠ ਜਾਂਦੇ ਨੇ, ਅਗਲੇ ਦਿਨ ਸ਼ਾਇਦ ਕਿਸੇ ਹੋਰ ਦਰਖਤ ਉੱਤੇ ਜਾ ਬੈਠਣ। ਇਸ ਵਾਸਤੇ ਉਹ ਉਸ ਰੁੱਖ ਨੂੰ ਕਦੀ ਆਪਣਾ ਨਹੀਂ ਆਖਦੇ। ਇਸ ਤਰ੍ਹਾਂ ਜੀਵ ਇਸ ਸੰਸਾਰ 'ਤੇ ਆਉਂਦਾ ਹੈ ਅਤੇ ਚਲਿਆ ਜਾਂਦਾ ਹੈ। ਨਾ ਆਉਂਦਿਆਂ ਨਾਲ ਕੁਝ ਲਿਆਉਂਦਾ ਹੈ, ਨਾ ਜਾਂਦਿਆਂ ਕੁਝ ਨਾਲ ਜਾਂਦਾ ਹੈ। ਕੋਈ ਜਗਤ ਦੀ ਵਸਤੂ ਨਾਲ ਲੈ ਕੇ ਗਿਆ, ਸਗੋਂ ਮਿੱਟੀ ਦਾ ਸਰੀਰ ਵੀ ਇੱਥੇ ਹੀ ਛੱਡਣਾ ਪਿਆ। ਇਸ ਸਰੀਰ ਨੂੰ ਜੋ ਸੁੱਖਾਂ ਲਈ ਤੂੰ ਡੂੰਘੀਆਂ ਨੀਹਾਂ ਰੱਖ ਕੇ ਮੰਦਰ ਅਤੇ ਕਿਲ੍ਹੇ ਉਸਾਰ ਰਿਹਾ ਹੈ, ਇਸ ਦਾ ਕੀ ਲਾਭ? ਤੇਰੇ ਵਾਸਤੇ ਤਾਂ 3.5 ਹੱਥ ਥਾਂ ਕਾਫੀ ਹੈ। ਉਹ ਮੂਰਖ ਬੰਦੇ, ਸੁੰਦਰ ਵਾਲ ਵਾਹ ਕੇ, ਪੱਗ ਨੂੰ ਟੇਢੀ ਬੰਨ੍ਹ ਕੇ, ਆਕੜ ਕੇ ਤਾਂ ਤੁਰਦਾ ਹੈ, ਪਰ ਇਹ ਕਦੇ ਸੋਚਿਆ ਹੀ ਨਹੀਂ ਕਿ ਇਸ ਤਨ ਨੇ ਇੱਕ ਦਿਨ ਮਿੱਟੀ ਦੀ ਢੇਰੀ ਹੋ ਜਾਣਾ ਹੈ। ਹੇ ਉੱਚੇ ਮੰਦਰਾਂ ਸ਼ੀਸ਼ ਮਹਿਲਾਂ ਵਿੱਚ ਰਹਿਣ ਵਾਲਿਓ, ਸੁੰਦਰ ਜੋਬਨ ਮਤੀਓ ਮੁਟਿਆਰੋ, ਰਾਮ ਨਾਮ ਤੋਂ ਬਿਨਾਂ ਜੀਵਨ ਬਾਜੀ ਹਾਰ ਜਾਵੋਗੀਆਂ। ਇਹ ਵੀ ਅਰਥ ਉੱਚੇ ਮੰਦਰ ਅਤੇ ਸੁੰਦਰ ਇਸਤਰੀਆਂ ਵਿੱਚ ਤੂੰ ਪ੍ਰੀਤੀ ਲਾਈ ਰਾਖੀ, ਅਫਸੋਸ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਬਾਜੀ ਹਾਰ ਦਿੱਤੀ। ਭਾਵ ਮਨੁੱਖਾਂ ਜਨਮ ਗਵਾ ਲਿਆ, ਮੇਰੀ ਜਾਤ ਨੀਵੀਂ ਹੈ, ਪੱਤ ਨੀਵੀਂ ਹੈ, ਜਨਮ
ਜਿਨ੍ਹਾਂ ਨੂੰ ਸ਼ੂਦਰ ਤੇ ਅਛੂਤ ਆਖਿਆ ਜਾਂਦਾ ਹੈ ਉੱਥੇ ਜਨਮ ਹੋਇਆ ਹੈ। ਕੋਈ ਲਾਗੇ ਨਹੀਂ ਬੈਠਣ ਦਿੰਦਾ। ਫਿਰ ਵੀ ਦਾਤਾ ਬਖਸ਼, ਮਿਹਰ ਕਰ, ਮੈਂ ਤੇਰੀ ਸ਼ਰਨ ਆ ਡਿੱਗਾ ਹਾਂ, ਤੇਰੇ ਬਿਨਾ ਮੇਰਾ ਕੋਈ ਨਹੀਂ। ਰਵਿਦਾਸ ਜੀ ਦੇ ਪਵਿੱਤਰ ਮੁਖੋਂ ਬਾਣੀ ਸੁਣਦੇ ਸਾਰ ਰਾਣੀ ਦੇ ਕਪਾਟ ਖੁੱਲ੍ਹ ਗਏ। ਉਸ ਦੀ ਆਤਮਾ ਸੁਰਜੀਤ ਹੋ ਗਈ। ਉਸਨੇ ਮਨ ਹੀ ਮਨ ਵਿੱਚ ਸੋਚਿਆ ਕਿ ਚੰਗਾ ਹੋ ਗਿਆ, ਛੋਟੀ ਉਮਰ ਵਿੱਚ ਹੀ ਭਗਤੀ ਮਾਰਗ 'ਤੇ ਤੁਰੀ ਹਾਂ। ਸ਼ਾਹੀ ਮੰਦਰਾਂ ਵਿੱਚ ਰਾਮ ਨਾਮ ਤੋਂ ਬਿਨਾਂ ਰਹਿਣਾ ਬੇਅਰਥ ਹੈ। ਰਾਮ ਸਿਮਰਨ ਵਾਸਤੇ ਉਹ ਤੜਪ ਗਈ। ਜਦੋਂ ਕੀਰਤਨ ਹੋ ਗਿਆ ਤਾਂ ਰਾਣੀ ਝਾਲੀ ਰਵਿਦਾਸ ਜੀ ਦੇ ਚਰਨੀ ਡਿੱਗ ਪਈ ਤੇ ਅਰਜ਼ੋਈ ਕਰਨ ਲੱਗੀ, ਹੇ ਪ੍ਰਭੂ, ਹੇ ਨਾਥ, ਮੇਰੇ 'ਤੇ ਕਿਰਪਾ ਕਰੋ, ਮੈਨੂੰ ਸ਼ਰਨ ਲਾ ਕੇ ਭਗਤੀ ਮਾਰਗ 'ਤੇ ਤੁਰਨ ਦਾ ਵੱਲ ਦੱਸੋ। ਮੈਂ ਪਾਪਨ ਨੇ ਮਨੁੱਖਾ ਜਨਮ ਦਾ ਮੁੱਲ ਨਹੀਂ ਜਾਣਿਆ। ਜੀਵਨ ਦੇ ਜਿੰਨੇ ਦਿਨ ਗਵਾਏ ਨੇ ਉਹ ਬੇਅਰਥ ਗਵਾਏ ਨੇ। ਮੈਨੂੰ ਆਪਣੀ ਚੇਲੀ ਬਣਾਓ, ਮੈਂ ਸੇਵਾ ਕਰਾਂਗੀ, ਸਿਮਰਨ ਕਰਾਂਗੀ, ਰਾਮ ਨਾਮ ਉੱਤੋਂ ਰਾਜ ਤੇ ਦੁਨਿਆਵੀ ਸੁੱਖ ਵਾਰ ਦੇਵਾਂਗੀ। ਮੈਂ ਅਜੇ ਤੱਕ ਕਿਸੇ ਕੋਲੋਂ ਨਾਮ ਜਪਣ ਦੀ ਜੁਗਤੀ ਨਹੀਂ ਸੁਣੀ। ਰਾਣੀ ਝਾਲੀ ਦੀ ਅਰਜ਼ੋਈ ਪ੍ਰਵਾਨ ਚੜ੍ਹ ਗਈ। ਰਵਿਦਾਸ ਜੀ ਨੇ ਉਸ ਨੂੰ ਆਪਣੀ ਚੇਲੀ ਬਣਾ ਲਿਆ। ਰਾਣੀ ਤੀਰਥ ਯਾਤਰਾ ਵਾਸਤੇ ਜਿੰਨਾ ਧਨ ਤੇ ਕੱਪੜਾ ਲਿਆਈ ਸੀ ਉਹ ਸਾਰੇ ਗੁਰੂ ਰਵਿਦਾਸ ਜੀ ਦੇ ਚਰਨਾਂ ਉੱਤੇ ਰੱਖ ਕੇ ਮੱਥਾ ਟੇਕ ਦਿੱਤਾ। ਆਤਮਾ ਸ਼ਾਂਤ ਹੋ ਗਈ, ਸਾਰੀ ਭਟਕਣਾ ਮਿਟ ਗਈ। ਹਰੀ ਨਾਮ ਜਪਣ ਲੱਗੀ। ਨਿਰਾ ਜਪਣ ਹੀ ਨਾ ਲੱਗੀ, ਸਗੋਂ ਖੜਤਾਲਾਂ ਛੈਣੇ ਹੱਥ ਫੜ ਕੇ ਰਵਿਦਾਸ ਜੀ ਦੀ ਬਾਣੀ ਨੂੰ ਗਾਉਣ ਲੱਗੀ। ਇਹ ਇਸਤਰੀ ਸੀ, ਗਲਾ ਰਸੀਲਾ ਸੀ, ਆਤਮਾ ਵਿੱਚ ਭਗਤੀ ਦਾ ਜੋਸ਼ ਸੀ। ਉਹ ਜਦੋਂ ਬਾਣੀ ਗਾਉਂਦੀ ਤਾਂ ਪੰਛੀਆਂ ਨੂੰ ਕੀਲ ਕੇ ਅਸਮਾਨੋਂ ਸੁੱਟ ਜਾਂਦੀ। ਰਾਮ ਨਾਮ ਸਿਮਰਨ ਦੇ ਬਲ ਨੇ ਸੱਚਮੁੱਚ ਉਸ ਨੂੰ ਝੱਲੀ ਕਰ ਦਿੱਤਾ। ਸਾਰੇ ਕਾਸ਼ੀ ਵਿੱਚ ਚਰਚਾ ਛਿੜ ਪਈ ਕਿ ਚਿਤੌੜਗੜ੍ਹ ਨਰੇਸ਼ ਦੀ ਰਾਣੀ ਝਾਲੀ ਬਾਈ ਰਵਿਦਾਸ ਜੀ ਦੀ ਚੇਲੀ ਬਣ ਗਈ ਹੈ। ਹਰੀ ਕੀਰਤਨ ਕਰਦੀ ਰਹਿੰਦੀ ਹੈ। ਸਾਰੀ ਦੌਲਤ ਲੁਟਾ ਦਿੱਤੀ ਸੂ। ਗਰੀਬਾਂ, ਹੱਟੀ ਵਾਲਿਆਂ, ਬ੍ਰਾਹਮਣਾਂ ਤੇ ਪੰਡਤਾਂ ਦੇ ਘਰੀ ਇਹੋ ਗੱਲਾਂ ਹੁੰਦੀਆਂ। ਹਜ਼ਾਰਾਂ ਲੋਕ ਦਰਸ਼ਨ ਕਰਨ ਵਾਸਤੇ ਆਉਂਦੇ, ਦਰਸ਼ਨ ਕਰਕੇ ਨਾ ਮੁੜ ਜਾਂਦੇ, ਸਗੋਂ ਉਸ ਦਾ ਕੀਰਤਨ ਸੁਣਦੇ। ਪੂਰਾ ਮਹੀਨਾ ਕਾਸ਼ੀ ਰਹਿ ਕੇ ਰਾਣੀ ਝਾਲੀ ਬਾਈ ਆਪਣੇ ਵਤਨ ਮੁੜੀ। ਚਿਤੌੜ ਨੂੰ ਜਾ ਰਹੀ ਸੀ। ਰਾਣੀ ਦੇ ਜੀਵਨ ਵਿੱਚ ਭਰੀ ਇਨਕਲਾਬ ਆ ਗਿਆ ਸੀ। ਚਿਹਰੇ ਉੱਤੇ ਚੋਗਣੀ ਰੌਣਕ ਤੇ ਲਾਲੀ ਸੀ। ਅੱਖਾਂ ਵਿੱਚ ਦੇਵੀ ਸਰੂਪ ਸੀ। ਉਹ ਪਾਲਕੀ ਵਿੱਚ ਬੈਠੀ ਰਾਮ ਭਜਨ ਗਾਈ ਜਾਂਦੀ ਸੀ। ਰਾਜ ਮਹਿਲਾਂ ਵਿੱਚ ਪੁੱਜੀ ਆਪਣੇ ਕਮਰੇ ਨੂੰ ਮੰਦਰ ਦਾ ਰੂਪ ਬਣਾ ਦਿੱਤਾ। ਕਦੇ ਇਕੱਲੀ ਤੇ ਕਦੇ ਦਾਸੀਆਂ ਨੂੰ ਸੰਗ ਬਿਠਾ ਕੇ ਹਰੀ ਕੀਰਤਨ ਕਰਨ ਲੱਗੀ। ਸਾਰੇ ਚਿਤੌੜ ਵਿੱਚ ਚਰਚਾ ਚੱਲ ਪਈ ਕਿ ਰਾਣੀ ਝਾਲੀ ਬਾਈ ਭਗਤ ਰਵਿਦਾਸ ਜੀ ਦੀ ਚੇਲੀ ਬਣ ਗਈ। ਕੀਮਤੀ ਕੱਪੜੇ ਗਹਿਣੇ ਉਤਾਰ ਦਿੱਤੇ ਤੇ ਸੰਤਨੀਆਂ ਵਾਲਾ ਲਿਬਾਸ ਪਹਿਨ ਬੈਠੀ ਹੈ। ਪ੍ਰਭੂ ਦੇ ਗੁਣ ਗਾਉਂਦੀ ਰਹਿੰਦੀ ਹੈ। ਪਾਪੀ ਆਤਮਾ ਕਾਸ਼ੀ ਦੇ ਬ੍ਰਾਹਮਣਾਂ ਨੂੰ ਬਹੁਤ ਦੁੱਖ ਹੋਇਆ ਕਿ ਝਾਲੀ ਰਾਣੀ ਨੇ ਧਨ ਪਦਾਰਥ ਉਹਨਾਂ ਦੀ ਭੇਂਟ ਨਹੀਂ ਕੀਤੇ, ਬਲਕਿ ਰਵਿਦਾਸ ਜੀ ਦੀ ਭੇਂਟ ਕਰ ਦਿੱਤੇ ਹਨ। ਉਹਨਾਂ ਨੂੰ ਸਭ ਕੁਝ ਸੌਂਪ ਦਿੱਤਾ ਹੈ। ਉਹ ਇਕੱਠੇ ਹੋ ਕੇ ਰਾਣਾ ਚਿਤੌੜਗੜ੍ਹ ਕੋਲ ਪੁੱਜੇ। ਰਾਣੇ ਨਾਲ ਮੁਲਾਕਾਤ ਹੋਈ ਤਾਂ ਪੰਡਤਾਂ ਨੇ ਨਿਉ ਕੇ ਰੋਣਾ ਸ਼ੁਰੂ ਕਰ ਦਿੱਤਾ। ਕਹਿੰਦੇ, ਮਹਾਰਾਜ ਹਨੇਰ ਹੋ ਗਿਆ। ਰਾਜੇ ਧਰਮ ਤੇ ਪ੍ਰਜਾ ਦੇ ਰਾਖੇ ਹੁੰਦੇ ਨੇ। ਧਰਮ ਦੀ ਮਰਿਆਦਾ ਨੂੰ ਪ੍ਰਤਾਪੀ ਭਗਤ ਤੇ ਰਾਜੇ ਹੀ ਤੋੜਨ ਲੱਗ ਪਏ ਤਾਂ ਧਰਮ ਕਿਵੇਂ ਬਚੇਗਾ। ਰਾਣੇ ਨੇ ਆਖਿਆ, ਮੈਂ ਤੁਹਾਡੇ ਲੋਕਾਂ ਦਾ ਭਾਵ ਨਹੀਂ ਸਮਝ ਸਕਿਆ, ਸਿੱਧੀ ਗੱਲ ਕਰੋ। ਪੰਡਤ ਜੀ ਕਹਿਣ ਲੱਗੇ, ਮਹਾਰਾਜ, ਸਿੱਧੀ ਗੱਲ ਇਹ ਹੈ ਕਿ ਆਪ ਦੀ ਰਾਣੀ ਝਾਲੀ ਬਾਈ ਤੀਰਥ ਯਾਤਰਾ ਨੂੰ ਗਈ ਸੀ। ਕਾਸ਼ੀ ਦੇ ਰਹਿਣ ਵਾਲੇ ਰਵਿਦਾਸ ਨੂੰ ਆਪਣਾ ਗੁਰੂ ਧਾਰਨ ਕਰ ਆਈ ਹੈ। ਸਾਰੇ ਤੀਰਥਾਂ ਉੱਤੇ ਦਾਨ ਕਰਨ ਵਾਸਤੇ ਜੋ ਪਦਾਰਥ ਨਾਲ ਖੜੇ ਸੀ ਉਹ ਇਕੱਲੇ ਰਵਿਦਾਸ ਜੀ ਦੀ ਭੇਂਟ ਕਰ ਆਈ ਹੈ। ਇਹ ਹਨੇਰ ਹੈ। ਰਾਣੀ ਨੇ ਇੱਕ ਤਾਂ ਪੁਰਾਤਨ ਬਜ਼ੁਰਗਾਂ ਦੀ ਚਲਾਈ ਮਰਿਆਦਾ ਨੂੰ ਭੰਗ ਕੀਤਾ ਹੈ, ਦੂਸਰਾ ਉੱਚੀ ਕੁਲ ਦੀ ਰਾਜਕੁਮਾਰੀ ਨੇ ਚਿਤੌੜ ਰਾਜ ਦੀ ਪਟਰਾਣੀ ਹੋ ਕੇ ਇੱਕ ਚਮਾਰ ਨੂੰ ਗੁਰੂ ਬਣਾਉਣਾ, ਧਰਮ ਨਾਲ ਮਖੌਲ ਕਰਨਾ ਹੈ। ਉਹਨਾਂ ਦਾ ਲੰਗਰ ਪ੍ਰਸ਼ਾਦਾ ਵਿੱਚੋਂ ਛਕ ਕੇ ਚਰਨਾਮਿਤ ਪੀ ਕੇ ਜਨਮ ਭ੍ਰਿਸ਼ਟ ਕਰ ਬੈਠੀ। ਇਸ ਬਦਲੇ ਰਾਣੀ ਨੇ ਪ੍ਰਾਸ਼ਚਿਤ ਕਰਨਾ ਚਾਹੀਦਾ ਹੈ, ਨਹੀਂ ਤੇ ਕੁਲ ਨਾਸ ਹੋਣ ਦਾ ਡਰ ਹੈ। ਸਾਰੇ ਦੇਵਤੇ ਕਰੋਪ ਹਨ। ਅਸੀਂ ਕਾਸ਼ੀ ਦੇ ਵਿਦਵਾਨਾਂ ਤੇ ਗੁਰੂਆਂ ਵੱਲੋਂ ਪ੍ਰਤੀਨਿਧ ਹੁੰਦੇ ਹਾਂ, ਸਭ ਬੁਰਾ ਮਨਾਉਂਦੇ ਨੇ। ਰਾਣੀ ਝਾਲੀ ਨੇ ਰਾਜੇ ਨੂੰ ਗੁਰੂ ਧਾਰਨ ਕਰਨ ਦੀ ਸਾਖੀ ਨਹੀਂ ਸੀ ਸੁਣਾਈ। ਪੰਡਤਾਂ ਕੋਲੋਂ ਇਹ ਗੱਲ ਸੁਣ ਕੇ ਰਾਜਾ ਤੜਪ ਉੱਠਿਆ। ਉਸ ਵੇਲੇ ਦੀਵਾਨ ਖਾਨੇ ਵਿੱਚੋਂ ਉੱਠ ਕੇ ਰਾਣੀ ਦੇ ਮਹਿਲ ਨੂੰ ਗਿਆ। ਅੱਗੇ ਰਾਣੀ ਹਰੀ ਕੀਰਤਨ ਕਰਨ ਵਿੱਚ ਮਗਨ ਸੀ। ਉਹ ਰਵਿਦਾਸ ਜੀ ਦਾ ਇਹ ਸ਼ਬਦ ਗਾਇਨ ਕਰ ਰਹੀ ਸੀ,
बेगमपुरा शहर का नाओ, दुख अंधो नहीं तीही ठाओ। ना तस्वी खिराज ना माल, खौफ ना खता ना तरस जवाल। अब मोहे खूब वतन गह भाई, ऊहा खैर सदा मेरी भाई। रहाओ कायम दायम सदा पातशाही, दोम ना सेम एक सो आही। आबादन सदा मशहूर, ऊहा गणी बसी मासूर। त्यों त्यों सैल कर ही ज्यो भावे, महरम महल ना को अटकावे। कह रविदास खलास चमारा, जो हम सहरी सो मीत हमारा। ਇਸ ਦਾ ਪਰਮਾਰਥ ਭਗਵਾਨ ਦੇ ਅਸਥਾਨ ਦਾ ਨਾਮ ਬੇਗਮਪੁਰਾ ਹੈ। ਭਾਵ ਕਿ ਉੱਥੇ ਕੋਈ ਨਾ ਫਿਕਰ ਹੈ, ਨਾ ਗਮ, ਨਾ ਕਸ਼ਟ ਅਤੇ ਨਾ ਕਿਸੇ ਨੂੰ ਮਾਮਲਾ ਦੇਣਾ ਪੈਂਦਾ ਹੈ। ਕੋਈ ਉੱਥੇ ਡਰਦਾ ਨਹੀਂ ਅਤੇ ਨਾ ਕਿਸੇ ਨੂੰ ਕੋਈ ਪੀੜ ਹੁੰਦੀ ਹੈ। ਸੁੱਖ ਹੀ ਸੁੱਖਨ ਸ਼ਾਂਤੀ ਦਾ ਰਾਜ ਹੈ। ਹੁਣ ਮੈਨੂੰ ਚੰਗੇ ਦੇਸ਼ ਘਰ ਮਿਲਿਆ ਹੈ। ਉੱਥੇ ਸੱਤੇ ਪੈਰਾਂ ਹਨ, ਸੱਤੇ ਖਹਿਰਾਂ ਹਨ। ਉੱਥੋਂ ਦੀ ਪਾਤਸ਼ਾਹੀ ਬਦਲਦੀ ਨਹੀਂ, ਉਹ ਅਮਰ ਪਾਤਸ਼ਾਹ ਹੈ। ਪਹਿਲਾ ਦੂਜਾ ਅਤੇ ਤੀਜਾ ਪਾਤਸ਼ਾਹ ਨਹੀਂ ਆਉਂਦਾ। ਪਰਮਾਤਮਾ ਦੀ ਭਗਤੀ ਵਾਲੇ ਪੂੰਜੀਪਤ ਉੱਥੇ ਬਹੁਤੇ ਰਹਿੰਦੇ ਨੇ। ਉਸ ਸ਼ਹਿਰ ਵਿੱਚ ਜਿਵੇਂ ਕਿਸੇ ਨੂੰ ਭਾਵੇਂ ਤਿਵੇਂ ਉਹ ਤੁਰੇ ਫਿਰੇ, ਰੋਕ ਕੋਈ ਨਹੀਂ। ਜੋ ਵਾਹਿਗੁਰੂ ਦੇ ਭੇਤੀ ਹਨ ਉਹਨਾਂ ਵਾਸਤੇ ਖੁੱਲ੍ਹ ਹੈ। ਜਗਤ ਦੇ ਸਭ ਬੰਧਨਾਂ ਤੋਂ ਸੁਤੰਤਰ ਰਵਿਦਾਸ ਜੀ ਆਖਦੇ ਹਨ ਕਿ ਜਿਹੜਾ ਇਸ ਦੇਸ਼ ਦਾ ਵਾਸੀ ਹੈ ਉਹ ਸਾਡਾ ਸੱਚਾ ਮਿੱਤਰ ਹੈ। ਸ਼ਬਦ ਦਾ ਭੋਗ ਪਿਆ। ਸੁਭਾਵਕ ਹੀ ਰਾਣੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਰਾਣਾ ਜੀ ਪਿੱਛੇ ਖਲੋਤੇ ਹੋਏ ਦਿਖਾਈ ਦਿੱਤੇ। ਪਤੀ ਦੇ ਸਤਿਕਾਰ ਵਾਸਤੇ ਉੱਠ ਕੇ ਖਲੋ ਗਈ। ਮੈਂ ਸੁਣਿਆ ਹੈ ਕਿ ਤੂੰ ਰਵਿਦਾਸ ਨੂੰ ਗੁਰੂ ਧਾਰਨ ਕਰ ਆਈ ਹੈ, ਰਾਣੇ ਨੇ ਪੁੱਛਿਆ। ਜੋ ਕੁਝ ਸੁਣਿਆ ਹੈ ਸੋ ਠੀਕ ਹੈ, ਰਾਣੀ ਨੇ ਗੰਭੀਰਤਾ ਨਾਲ ਉੱਤਰ ਦਿੱਤਾ ਅਤੇ ਨਾਲ ਹੀ ਅੱਖਾਂ ਨੀਵੀਆਂ ਕਰ ਲਈਆਂ। ਬਹੁਤ ਬੁਰਾ ਕੀਤਾ ਈ, ਧਰਮ ਭ੍ਰਿਸ਼ਟ ਕਰ ਲਿਆ ਈ, ਵੱਡੇ ਵਡੇਰਿਆਂ ਦੀ ਕੁੱਲ ਰੀਤੀ ਨੂੰ ਭੁੱਲ ਗਈ। ਬ੍ਰਾਹਮਣ ਤੋਂ ਬਿਨਾਂ ਕੋਈ ਗੁਰੂ ਨਹੀਂ ਹੋ ਸਕਦਾ। ਕਾਸ਼ੀ ਦੇ ਬ੍ਰਾਹਮਣ ਆਏ ਨੇ, ਉਹ ਆਖਦੇ ਨੇ ਕਾਸ਼ੀ ਵਿੱਚ ਚਰਚਾ ਹੈ, ਲੋਕ ਮੇਰੀ ਅਤੇ ਤੇਰੀ ਨਿੰਦਾ ਕਰ ਰਹੇ ਹਨ। ਪੰਡਤ ਆਖਦੇ ਨੇ ਕਿ ਰਾਣੀ ਨੂੰ ਪ੍ਰਾਸ਼ਚਿਤ ਕਰਨਾ ਪਵੇਗਾ। ਨਹੀਂ, ਮੈਂ ਪ੍ਰਾਸ਼ਚਿਤ ਨਹੀਂ ਕਰਾਂਗੀ। ਮੈਂ ਕੋਈ ਮਾੜਾ ਕਰਮ ਨਹੀਂ ਕੀਤਾ। ਸਭ ਮਨੁੱਖ ਭਗਵਾਨ ਦੀ ਅੰਸ਼ ਹਨ। ਪੰਡਤ ਝੂਠੇ ਅਤੇ ਲਾਲਚੀ ਹਨ। ਰਵਿਦਾਸ ਜੀ ਵੱਡੇ ਭਗਤ ਹਨ। ਇਮਤਿਹਾਨ ਵੇਲੇ ਉਹ ਹੀ ਪਾਸ ਹੋਏ ਹਨ। ਗੰਗਾ ਪਾਰ ਤੋਂ ਪੱਥਰ ਦੀਆਂ ਮੂਰਤਾਂ ਉਹਨਾਂ ਦੀ ਗੋਦੀ ਵਿੱਚ ਆਈਆਂ ਸਨ। ਬ੍ਰਾਹਮਣਾਂ ਉੱਤੇ ਭਗਵਾਨ ਖੁਸ਼ ਨਹੀਂ। ਕੀ ਹੋ ਗਿਆ? ਰਵਿਦਾਸ ਜੀ ਦਾ ਜੀਵਨ ਜਾਤ ਦੇ ਘਰ ਹੋਇਆ, ਚਮਾਰ ਜਾਤ ਦੇ ਘਰ ਹੋਇਆ, ਪਰ ਉਹਨਾਂ ਦੀ ਭਗਤੀ ਕਰਕੇ ਤਾਂ ਆਪਣੇ ਆਪ ਨੂੰ ਸਵਰਨ ਬਣਾ ਲਿਆ। ਸੋਨੇ ਨੂੰ ਮੈਲ ਨਹੀਂ ਲੱਗਦੀ, ਉਹ ਭਾਵੇਂ ਗੰਦੀਆਂ ਨਾਲੀਆਂ ਵਿੱਚ ਪਿਆ ਰਵੇ। ਅਸਾਂ ਸੋਨੇ ਦੀ ਡਲੀ ਵੱਲ ਦੇਖਣਾ ਹੈ, ਗੰਦ ਵੱਲ ਨਹੀਂ ਤੱਕਣਾ। ਸਵਾਮੀ ਜੀ, ਪੰਡਤ ਸਾਨੂੰ ਭੁਲੇਖੇ ਨਾਲ ਠੱਗਣ ਆਏ ਨੇ। ਉਹਨਾਂ ਨੂੰ ਰੁਪਏ ਦਿਓ, ਸੋਨਾ ਦਾਨ ਕਰੋ। ਕਾਸ਼ੀ ਵਿੱਚ ਭਗਵਾਨ ਪੰਡਤਾਂ ਕੋਲ ਨਹੀਂ, ਮੈਂ ਦੇਖ ਆਈ ਹਾਂ। ਰਵਿਦਾਸ ਜੀ ਗੁਰੂ ਨੇ, ਉਹਨਾਂ ਨੇ ਮੈਨੂੰ ਸੱਚਾ ਭਗਤੀ ਮਾਰਗ ਦੱਸਿਆ ਹੈ, ਭਗਵਾਨ ਦੇ ਬਹੁਤ ਨੇੜੇ ਕੀਤਾ ਹੈ। ਮੇਰਾ ਭਗਵਾਨ ਮੈਨੂੰ ਰੋਜ਼ ਦਰਸ਼ਨ ਦਿੰਦਾ ਹੈ। ਮੈਂ ਰਵਿਦਾਸ ਜੀ ਦੀ ਨਿੰਦਾ ਨਹੀਂ ਸੁਣ ਸਕਦੀ। ਜਾਓ, ਉਹਨਾਂ ਨੂੰ ਕਹਿ ਦਿਓ, ਜਗਤ ਨੂੰ ਆਖ ਦਿਓ, ਸ਼ਹਿਰ ਵਿੱਚ ਢੰਡੋਰਾ ਪਿਟਵਾ ਦਿਓ ਕਿ ਰਾਣੀ ਝਾਲੀ ਰਵਿਦਾਸ ਚਮਾਰ ਦੀ ਚੇਲੀ ਹੈ, ਗੁਰੂ ਰਵਿਦਾਸ ਜੀ ਦੀ ਚੇਲੀ ਹੈ। ਪਿਛਲੇ ਵਾਕ ਰਾਣੀ ਝਾਲੀ ਨੇ ਕ੍ਰੋਧ ਅਤੇ ਜੋਸ਼ ਨਾਲ ਆਖੇ। ਉਹਦਾ ਸਰੀਰ ਕੰਬਣ ਲੱਗ ਪਿਆ। ਅੱਖਾਂ ਵਿੱਚ ਚੰਡੀ ਵਰਗੀ ਜਵਾਲਾ ਚਮਕੀ, ਬਾਹੀਂ ਆਕੜ ਗਈਆਂ। ਰਾਣੀ ਦੀ ਸੱਚੀ ਭਗਤੀ ਅੱਗੇ ਰਾਣਾ ਉਬਾਸਰ ਨਾ ਸਕਿਆ। ਉਸ ਨੇ ਨੀਵੀਂ ਪਾ ਲਈ। ਉਸ ਦਾ ਗੁੱਸਾ ਠੰਡਾ ਹੋ ਗਿਆ। ਦੂਸਰਾ, ਉਹ ਰਾਣੀ ਨਾਲ ਬਹੁਤ ਪਿਆਰ ਕਰਦਾ ਸੀ। ਰਾਣੀ ਦੇ ਵਿਰੁੱਧ ਹੋਣਾ ਉਸ ਦੇ ਵਾਸਤੇ ਸੌਖਾ ਨਹੀਂ ਸੀ। ਉਹ ਜਿੰਨੀ ਸੁੰਦਰ ਜਵਾਨ ਮਿੱਠ ਬੋਲੜੀ ਸੀ, ਓਨੀ ਹੀ ਪਤੀਬ੍ਰਤਾ ਵੀ ਸੀ। ਰਾਣਾ ਇਕੱਲਾ ਪਿੱਛੇ ਮੁੜਨ ਲੱਗਾ ਤਾਂ ਰਾਣੀ ਨੇ ਆਖਿਆ, ਠਹਿਰੋ, ਮੈਂ ਵੀ ਨਾਲ ਚੱਲਦੀ ਹਾਂ। ਮੈਂ ਆਪ ਪੰਡਤਾਂ ਨੂੰ ਦੱਸਦੀ ਹਾਂ ਕਿ ਉਹ ਕਿਹੜਾ ਮੂੰਹ ਲੈ ਕੇ ਭਗਤ ਰਵਿਦਾਸ ਜੀ ਦੇ ਵਿਰੁੱਧ ਕਰਦੇ ਫਿਰਦੇ ਹਨ। ਰਾਣੀ ਨਾਲ ਤੁਰ ਪਈ। ਰਾਣੇ ਦੇ ਆਖਣ 'ਤੇ ਵੀ ਨਾ ਰੁਕੀ। ਦੋਵੇਂ ਉਸ ਸਥਾਨ ਉੱਤੇ ਆ ਗਏ ਜਿੱਥੇ ਪੰਡਤ ਬੈਠੇ ਸਨ। ਝਰੋਖੇ ਵਿੱਚ ਖਲੋ ਕੇ ਪੜ੍ਹਦੇ ਓਹਲੇ ਰਾਣੀ ਨੇ ਪੰਡਤਾਂ ਨੂੰ ਆਖਿਆ, ਪੂਜਿਓ ਪੰਡਤੋ, ਕੀ ਤੁਸਾਂ ਨੂੰ ਇਹ ਦੁੱਖ ਹੈ ਨਾ ਕਿ ਮੈਂ ਸਾਰਾ ਧਨ ਪਦਾਰਥ ਭਗਵਾਨ ਰਵਿਦਾਸ ਜੀ ਨੂੰ ਦੇ ਹਵਾਲੇ ਕਰ ਦਿੱਤਾ ਹੈ, ਤੁਹਾਨੂੰ ਦਾਨ ਨਾ ਦਿੱਤਾ।
ਦੋ ਪੰਡਤ, ਹਾਂ ਠੀਕ ਹੈ, ਸਾਨੂੰ ਦਾਨ ਮਿਲਣਾ ਚਾਹੀਦਾ ਸੀ। ਰਾਣੀ, ਹੋਰ ਤਾਂ ਕੋਈ ਗੁੱਸਾ ਨਹੀਂ। ਪੰਡਤ, ਨਹੀਂ, ਹੋਰ ਸਾਨੂੰ ਕੀ ਗੁੱਸਾ ਹੋ ਸਕਦਾ ਹੈ? ਦਾਨ ਲੈਣ ਦਾ ਸਾਡਾ ਹੱਕ ਹੈ, ਸੋ ਸਾਨੂੰ ਮਿਲਣਾ ਚਾਹੀਦਾ ਹੈ। ਰਾਣੀ, 2-200 ਸੋਨੇ ਦੀਆਂ ਮੋਹਰਾਂ ਇਕੱਲੇ ਇਕੱਲੇ ਨੂੰ ਮਿਲ ਜਾਣਗੀਆਂ, ਪਰ ਸੱਚੋ ਸੱਚ ਇਹ ਦੱਸੋ, ਰਵਿਦਾਸ ਜੀ ਦੀ ਗੋਦ ਵਿੱਚ ਦੇਵਤੇ ਆ ਗਏ ਸਨ? ਪੰਡਤ, ਹਾਂ ਜੀ, ਆਏ ਸੀ। ਰਾਣੀ, ਫਿਰ ਉਹ ਵੱਡੇ ਭਗਤ ਹਨ, ਕਿਸੇ ਨਾਲ ਈਰਖਾ ਨਹੀਂ ਕਰਦੇ। ਜਾਓ, ਦਾਨ ਮਿਲ ਜਾਂਦਾ ਹੈ। ਮੇਰਾ ਰਾਣਾ ਜਿੰਨੀ ਮੇਰੀ ਗੱਲ ਸੁਣ ਸਕਦਾ ਹੈ, ਓਨਾ ਤੁਸੀਂ ਵੀ ਨਹੀਂ ਸੁਣਦੇ। ਮੇਰੇ ਪਤੀ ਹੈ। ਇਹ ਸਾਰੀ ਗੱਲ ਸੁਣ ਕੇ ਪੰਡਤ ਜਿਹੜੇ ਸੀਗੇ ਉਹ ਵਾਪਸ ਮੁੜ ਗਏ। ਝਾਲੀ ਦੇ ਰਾਮ ਨੇ ਉਸ ਦੇ ਪਤੀ ਨੂੰ ਠੰਡਾ ਰੱਖਿਆ। ਪੰਡਤ ਬਹੁਤ ਸ਼ਰਮਿੰਦਾ ਹੋਏ। ਰਾਣੀ ਝਾਲੀ ਨੇ ਰਾਣਾ ਸਾਹਿਬ ਨੂੰ ਪ੍ਰੇਰ ਕੇ ਗੁਰੂ ਰਵਿਦਾਸ ਜੀ ਦਾ ਸ਼ਰਧਾਲੂ ਬਣਾ ਦਿੱਤਾ। ਦੋਹਾਂ ਜੀਆਂ ਨੇ ਫੈਸਲਾ ਕਰਕੇ ਰਵਿਦਾਸ ਜੀ ਨੂੰ ਚਿਤੌੜ ਸੱਦਿਆ। ਪ੍ਰੇਮ ਤੇ ਭਗਤੀ ਦੇ ਭੁੱਖੇ ਰਵਿਦਾਸ ਜੀ ਦੇ ਸੁਨੇਹਾ ਮਿਲਦੇ ਸਾਰ ਚਿਤੌੜ ਨੂੰ ਤੁਰ ਪਏ। ਰਾਹ ਵਿੱਚ ਆਪਣੇ ਮਿਸ਼ਨ ਦਾ ਪ੍ਰਚਾਰ ਕਰਦੇ ਹੋਏ ਰਵਿਦਾਸ ਜੀ ਚਿਤੌੜ ਪੁੱਜੇ। ਰਾਜ ਮਹਿਲ ਦੇ ਇੱਕ ਹਿੱਸਾ ਰਵਿਦਾਸ ਜੀ ਵਾਸਤੇ ਖਾਲੀ ਕਰ ਦਿੱਤਾ। ਪੂਜਾ ਦੀ ਸਮੱਗਰੀ ਮੰਗਵਾਈ ਗਈ ਅਤੇ ਭੰਡਾਰੇ ਖਾਲੀ ਕੀਤੇ ਗਏ। ਗਰੀਬ ਗੁਰਬੇ ਨੂੰ ਅੰਨ ਅਤੇ ਕੱਪੜਾ ਦਿੱਤਾ ਗਿਆ। ਰਵਿਦਾਸ ਜੀ ਦੇ ਰਾਜ ਮਹਿਲ ਪੁੱਜਣ 'ਤੇ ਰਾਣੀ ਨੇ ਸੰਤਾਂ, ਪੰਡਤਾਂ ਅਤੇ ਵਿਦਵਾਨਾਂ ਨੂੰ ਸੱਦ ਕੇ ਇੱਕ ਵੱਡਾ ਯੱਗ ਕਰਨਾ ਚਾਹਿਆ। ਰਾਣੀ ਦੀ ਸਲਾਹ ਅਮਲ ਵਿੱਚ ਆ ਗਈ। ਯੱਗ ਦਾ ਪ੍ਰਬੰਧ ਕੀਤਾ ਗਿਆ। ਸ਼ਹਿਰ ਵਿੱਚ ਪੰਡਤ, ਜੋਤਸ਼ੀ, ਵਿਦਵਾਨਾਂ ਅਤੇ ਸ਼ਹਿਰ ਦੇ ਪਤਵੰਤਿਆਂ ਨੂੰ ਯੱਗ ਵਿੱਚ ਪ੍ਰਸ਼ਾਦ ਛਕਣ ਦਾ ਨਿਉਤਾ ਦਿੱਤਾ ਗਿਆ। ਰਾਣਾ ਚਿਤੌੜ ਦਾ ਨਿਉਤਾ ਭਲਾ ਸ਼ਾਮਲ ਹੋਣ ਤੋਂ ਕੌਣ ਨਾ ਕਰ ਸਕਦਾ ਸੀ। ਯੱਗ ਵਾਲੇ ਦਿਨ ਸਭ ਇਕੱਠੇ ਹੋ ਗਏ। ਪੰਗਤਾਂ ਲੱਗ ਗਈਆਂ। ਜਦੋਂ ਪ੍ਰਸ਼ਾਦ ਵਰਤਾਉਣ ਲੱਗੇ ਤਾਂ ਦੋਹਾਂ ਸੰਤਾਂ ਅਤੇ ਪੰਡਤਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਰਵਿਦਾਸ ਜੀ ਪੰਗਤ ਵਿੱਚ ਕਿਉਂ ਬੈਠੇ ਹਨ। ਇਹ ਚਮਾਰ ਨੇ, ਅਸੀਂ ਧਰਮ ਭ੍ਰਿਸ਼ਟ ਨਹੀਂ ਕਰਵਾਵਾਂਗੇ। ਸੰਤ ਦੇ ਇਹ ਕੋੜੇ ਵਚਨ ਰਵਿਦਾਸ ਜੀ ਨੇ ਵੀ ਸੁਣ ਲਏ, ਪਰ ਉਹ ਕ੍ਰੋਧਵਾਨ ਨਹੀਂ ਹੋਏ, ਮੁਸਕਰਾਉਂਦੇ ਰਹੇ। ਭਗਤੀ ਦੇ ਨਾਲ ਰਵਿਦਾਸ ਜੀ ਲੋਕਾਂ ਦਾ ਸੁਧਾਰ ਵੀ ਕਰਦੇ ਸਨ। ਉਹਨਾਂ ਨੇ ਰਾਣੀ ਨੂੰ ਕੋਲ ਸੱਦ ਕੇ ਕਿਹਾ, ਦੁੱਧ ਵਿੱਚ ਕਾਂਜੀ ਘੋਲਣੀ ਚੰਗੀ ਨਹੀਂ। ਮੈਂ ਪੰਗਤ ਵਿੱਚ ਨਹੀਂ ਬੈਠਦਾ। ਤੁਸੀਂ ਸੰਤਾਂ, ਪੰਡਤਾਂ ਅਤੇ ਹੋਰ ਆਏ ਪ੍ਰਾਹੁਣਿਆਂ ਨੂੰ ਭੋਜਨ ਛਕਾਓ। ਰਾਣੀ ਨੇ ਅੱਗੋਂ ਉੱਤਰ ਦਿੱਤਾ, ਗੁਰੂਦੇਵ ਜੀ, ਇਹ ਨਹੀਂ ਹੋ ਸਕਦਾ। ਜੇ ਮੇਰੇ ਗੁਰੂਦੇਵ ਪੰਗਤ ਵਿੱਚ ਬੈਠ ਕੇ ਨਾ ਪ੍ਰਸ਼ਾਦ ਛਕਣ ਤਾਂ ਮੇਰਾ ਛਕਾਇਆ ਪ੍ਰਸ਼ਾਦ ਨਹੀਂ ਸਫਲ ਜਾਏਗਾ। ਰਵਿਦਾਸ ਜੀ ਨੇ ਰਾਣੀ ਅਤੇ ਰਾਣੇ ਨੂੰ ਸਮਝਾ ਲਿਆ ਕਿ ਰਾਮ ਦਾ ਕੌਤਕ ਦੇਖਣੋ। ਭਲੇ ਲੋਕਾਂ ਨੂੰ ਰਾਹਾਂ ਵਿੱਚ ਤਾਂ ਕਿਸੇ ਢੰਗ ਨਾਲ ਪਾਉਣਾ ਹੀ ਹੋਇਆ। ਰਾਣਾ ਸਾਹਿਬ ਨੇ ਪੰਗਤ ਵਿੱਚ ਜਾ ਕੇ ਆਖਿਆ, ਗੁਰੂਦੇਵ ਅਜੇ ਭੋਜਨ ਨਹੀਂ ਕਰਨਗੇ। ਆਪ ਲੋਕ ਅਚੱਕ ਅਤੇ ਨਿਡਰ ਭੋਜਨ ਛਕਣਾ ਸ਼ੁਰੂ ਕਰੀਏ। ਰਾਣੇ ਦਾ ਇਹ ਹੁਕਮ ਪਾ ਕੇ ਪੰਗਤ ਨੇ ਭੋਜਨ ਛਕਣਾ ਸ਼ੁਰੂ ਕੀਤਾ ਤਾਂ ਕੀ ਦੇਖਦੇ ਹਨ ਕਿ ਹਰ ਪੰਡਤ, ਸੰਤ ਅਤੇ ਸ਼ਰਧਾਲੂ ਦੇ ਨਾਲ ਰਵਿਦਾਸ ਜੀ ਬੈਠੇ ਭੋਜਨ ਛਕ ਰਹੇ ਸਨ। ਉਹਨਾਂ ਨੇ ਰਵਿਦਾਸ ਜੀ ਨੂੰ ਨਾਲ ਬੈਠਿਆਂ ਦੇਖ ਕੇ ਸ਼ੋਰ ਮਚਾ ਦਿੱਤਾ ਕਿ ਅਸੀਂ ਭੋਜਨ ਨਹੀਂ ਛਕਣਾ। ਰਵਿਦਾਸ ਜੀ ਕਿਉਂ ਪੰਗਤ ਵਿੱਚ ਆਏ ਹਨ, ਪਰ ਭੋਜਨ ਛਕਣ ਵਾਲਿਆਂ ਤੋਂ ਬਿਨਾਂ ਕਿਸੇ ਹੋਰ ਨੂੰ ਦਿਖਾਈ ਨਹੀਂ ਸਨ ਦਿੰਦੇ। ਵਰਤਾਵਿਆਂ ਨੇ ਆਖਿਆ, ਮਹਾਰਾਜ ਭੋਜਨ ਕਰੀਏ, ਉਹ ਤਾਂ ਮਹਿਲ ਵਿੱਚ ਬੇਫਿਕਰ ਬਿਰਾਜਮਾਨ ਹਨ। ਸਾਰੇ ਪੰਡਤ ਅਤੇ ਜੋਤਸ਼ੀ, ਕੀ ਆਪ ਨੂੰ ਨਹੀਂ ਦਿਸਦਾ? ਵਰਤਾਵੇ, ਨਹੀਂ ਜੀ, ਇੱਥੇ ਤਾਂ ਕਿਸੇ ਥਾਲ ਵਿੱਚ ਵੀ ਦੋ ਪੁਰਸ਼ਾਂ ਨੂੰ ਭੋਜਨ ਨਹੀਂ ਛਕਾਇਆ ਜਾ ਰਿਹਾ। ਹਰ ਥਾਲੀ ਵਾਲੇ ਨੇ ਆਪਣੀ ਥਾਲੀ ਲਾਗੇ ਬੈਠੇ ਹੋਏ ਰਵਿਦਾਸ ਜੀ ਨੂੰ ਦਿਸਦੇ ਸਨ, ਦੂਸਰੇ ਦੇ ਨਾਲ ਬੈਠੇ ਹੋਏ ਨਹੀਂ ਸੀ ਦਿਸਦੇ। ਵਰਤਾਵਿਆਂ ਅਤੇ ਦਰਸ਼ਕਾਂ ਨੇ ਆਖਿਆ, ਕਿਉਂ ਝੂਠ ਬੋਲਦੇ? ਜੇ ਰਵਿਦਾਸ ਜੀ ਤਾਂ ਅੰਦਰ ਹਨ, ਨਾਲੇ 1000 ਪੁਰਸ਼ਾਂ ਨਾਲ ਉਹ ਕਿਵੇਂ ਬੈਠ ਸਕਦੇ ਸਨ? ਆਖਰ ਉਹ ਹੈਨ ਤਾਂ ਇਕੱਲੇ ਨਾ। ਸਿਆਣਾ ਪੰਡਤ ਹੱਥ ਜੋੜ ਖਲੋਤਾ, ਮੈਂ ਰਾਮ ਦੀ ਮਾਇਆ ਦੇ ਬਲਿਹਾਰ ਜਾਂਦਾ ਹਾਂ। ਰਵਿਦਾਸ ਜੀ ਨੂੰ ਸੱਦੋ, ਪੰਗਤ ਵਿੱਚ ਬਿਠਾਓ। ਅਸੀਂ ਭੁੱਲ ਦੀ ਖੇਮਾ ਮੰਗਦੇ ਹਾਂ। ਆਪ ਪੂਰਨ ਭਗਤ ਹਨ, ਅਸੀਂ ਪਾਪੀ ਬੰਦੇ ਹਾਂ। ਸੱਦੋ, ਤਦ ਹੀ ਪ੍ਰਸ਼ਾਦਾ ਛਕਾਂਗੇ।
ਇਸ ਪੰਡਤ ਦੀ ਆਵਾਜ਼ ਦੇ ਵਿਰੁੱਧ ਕੋਈ ਨਾ ਬੋਲਿਆ, ਜਿਸ ਤੋਂ ਭਾਵ ਸੀ ਕਿ ਸਾਰੇ ਸਹਿਮਤ ਹੋ ਗਏ ਨੇ, ਕਿਉਂਕਿ ਭਗਵਾਨ ਜੀ ਨੇ ਉਹਨਾਂ ਨੂੰ ਹੱਥ ਉੱਤੇ ਸਰੋਂ ਜਮਾ ਕੇ ਦਿਖਾ ਦਿੱਤੀ ਸੀ। ਰਵਿਦਾਸ ਜੀ ਪੰਗਤ ਵਿੱਚ ਆਏ। ਉਹ ਸਭ ਤੋਂ ਉੱਚੇ ਥਾਂ ਉੱਤੇ ਬਿਠਾਇਆ, ਉਹਨਾਂ ਨੂੰ ਭੋਜਨ ਪਰੋਸ ਕੇ ਥਾਲ ਅੱਗੇ ਰੱਖਿਆ। ਭਗਤ ਜੀ ਪ੍ਰਸ਼ਾਦ ਛਕਣ ਲੱਗੇ। ਪੰਡਤਾਂ ਨੇ ਵੀ ਛਕਿਆ। ਸੰਤਾਂ ਮਹਾਤਮਾ ਵੀ ਬੈਠੇ ਖਾਂਦੇ ਰਹੇ। ਹਰ ਪਾਸਿਓਂ ਸੱਦ ਉੱਠ ਰਹੀ ਸੀ, ਧੰਨ ਰਵਿਦਾਸ ਭਗਤ ਜੀ, ਧੰਨ ਰਵਿਦਾਸ ਭਗਤ ਜੀ, ਜੈ ਹੋ ਰਵਿਦਾਸ ਭਗਤ ਜੀ ਦੀ, ਜੈ ਹੋ ਰਵਿਦਾਸ ਭਗਤ ਜੀ ਦੀ। ਰਵਿਦਾਸ ਜੀ ਚਿਤੌੜ ਬਹੁਤ ਚਿਰ ਰਹੇ। ਮੀਰਾ ਬਾਈ ਵੀ 19 ਦਿਨੀ ਹੀ ਰਵਿਦਾਸ ਜੀ ਦੀ ਚੇਲੀ ਬਣੀ, ਜੋ ਕ੍ਰਿਸ਼ਨ ਭਗਤੀ ਵਿੱਚ ਬਹੁਤ ਮਸ਼ਹੂਰ ਹੋਈ ਸੀ। ਰਵਿਦਾਸ ਜੀ ਬਹੁਤ ਵੱਡੇ ਪਰਮਾਤਮਾ ਦੇ ਭਗਤ ਸਨ। ਭਗਵਾਨ ਉਹਨਾਂ ਉੱਤੇ ਦਿਆਲ ਸੀ, ਜੋ ਸੇਵਕ ਉਹਨਾਂ ਦੀ ਕਥਾ ਪ੍ਰੇਮ ਨਾਲ ਸੁਣੇ ਅਤੇ ਜਾਤ ਪਾਤ ਦੇ ਭਰਮਾਂ ਤੋਂ ਸੁਤੰਤਰ ਹੋ ਕੇ ਹਰ ਜਾਤ ਦੇ ਪੁਰਸ਼ ਨਾਲ ਪਿਆਰ ਕਰੇ। ਭਗਵਾਨ ਨੂੰ ਚੇਤੇ ਰੱਖੇ, ਉਸ ਦਾ ਜ਼ਰੂਰ ਕਲਿਆਣ ਹੋਵੇਗਾ। ਉਹ ਜਨਮ ਮਰਨ ਤੇ 84 ਦੇ ਗੇੜ ਵਿੱਚ ਨਹੀਂ ਆਵੇਗਾ। ਸਭ ਜੀਵ ਜੰਤੂ, ਕੀੜੇ ਮਕੌੜੇ ਅਤੇ ਬਨਸਪਤੀ ਸਭ ਭਗਵਾਨ ਕਿਰਤ ਹਨ। ਕਿਸੇ ਨਾਲ ਘਿਰਨਾ ਨਹੀਂ ਕਰਨੀ ਚਾਹੀਦੀ। ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ। ਫਿਰ ਰਵਿਦਾਸ ਜੀ ਦੇ ਕਥਨ ਅਨੁਸਾਰ ਪਰਮਾਤਮਾ ਨਾਲ ਇੱਕਮਿਕ ਹੋ ਜਾਈਦਾ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਿਕ ਜਲ ਤਰੰਗ ਜੈਸਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜ਼ਾਤਾਂ ਪਾਤਾਂ ਵਿੱਚ ਧਿਆਨ ਰੱਖਣ ਵਾਲਿਆਂ ਨਾਲ, ਲੋਕਾਂ ਨਾਲ ਘਿਰਨਾ ਕਰਨ ਵਾਲਿਆਂ ਨਾਲ ਭਗਵਾਨ, ਉਹ ਰੱਬ, ਉਹ ਅਕਾਲ ਪੁਰਖ ਕਦੇ ਵੀ ਪਿਆਰ ਨਹੀਂ ਕਰਦਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।